ਵੈਲਕਮ ਸਟੂਡੈਂਟਸ। ਅਸੀਂ ਅੱਜ ਕਰਾਂਗੇ ਫੀਚਰਸ ਆਫ ਗਾਈਡੈਂਸ। ਪਿਛਲੀ ਵੀਡੀਓ ਦੇ ਵਿੱਚ ਅਸੀਂ ਕਨਸੈਪਟ ਕੀਤਾ ਹੈ, ਜਿਹਦੇ ਵਿੱਚ ਵੀ ਅਸੀਂ ਗਾਈਡੈਂਸ ਦੀਆਂ ਫੀਚਰਸ ਕੀਤੀਆਂ ਨੇ, ਪਰ ਉਹ ਇੱਕ ਕਨਸੈਪਟ ਦਾ ਬਣਿਆ ਬਣਾਇਆ ਕੁਐਸਚਨ ਆ। ਜੇ ਤੁਹਾਨੂੰ ਫੀਚਰਸ ਆਉਂਦੀਆਂ ਨੇ, ਕਰੈਕਟਰਿਸਟਿਕਸ ਆਫ ਗਾਈਡੈਂਸ ਆਉਂਦੀਆਂ ਨੇ, ਤਾਂ ਤੁਹਾਡਾ 10 ਨੰਬਰ ਦਾ ਕੁਐਸਚਨ ਹੈ ਜਿਹੜਾ ਉਹ ਕਰਾਂਗੇ ਅੱਜ। ਤਾਂ ਧਿਆਨ ਨਾਲ ਤੁਸੀਂ ਪੁਆਇੰਟਸ ਨੇ ਜਿਹੜੇ ਨੋਟ ਕਰੋ ਜਾਂ ਸਮਝੋ। ਇੱਕ ਤੁਹਾਨੂੰ ਨੋਟਸ ਬਣਾਉਣੇ ਚਾਹੀਦੇ ਨੇ ਵੀਡੀਓ ਦੇ ਨਾਲ, ਤਾਂ ਕਿ ਤੁਸੀਂ ਪੁਆਇੰਟਸ ਨੇ ਜਿਹੜੇ ਯਾਦ ਰੱਖ ਸਕੋ। ਤਾਂ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਅਸੀਂ ਫੀਚਰਸ ਆਫ ਗਾਈਡੈਂਸ। ਤਾਂ ਪਹਿਲਾ ਫੀਚਰ ਕੀ ਹੈ ਗਾਈਡੈਂਸ ਦਾ? ਵਿਸ਼ਾਲ ਆਧਾਰ, ਵਾਈਡ ਰੇਂਜ। ਅਗਵਾਈ ਇੱਕ ਵਿਸ਼ਾਲ ਆਧਾਰ ਵਾਲੀ ਪ੍ਰਕਿਰਿਆ ਹੈ। ਅਗਵਾਈ ਦਾ ਜਿਹੜਾ ਸੰਬੰਧ ਆ ਉਹ ਇੱਕ ਜਾਂ ਦੋ ਖੇਤਰਾਂ ਨਾਲ ਨਹੀਂ ਆ, ਇਹਦੇ ਅਧੀਨ ਜੀਵਨ ਦਾ ਹਰੇਕ ਖੇਤਰ ਆਉਂਦਾ ਹੈ। ਇਸ ਲਈ ਕਿਹਾ ਜਾ ਸਕਦਾ ਕਿ ਜਿਵੇਂ ਐਜੂਕੇਸ਼ਨ ਦਾ ਕੰਸੈਪਟ ਬਰੋਡ ਆ, ਫਿਲਾਸਫੀ ਦਾ ਕੰਸੈਪਟ ਬਰੋਡ ਆ, ਇਸੇ ਤਰ੍ਹਾਂ ਜਿਹੜਾ ਅਗਵਾਈ ਦਾ ਕੰਸੈਪਟ ਆ ਉਹ ਵੀ ਬਰੋਡ ਆ। ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ। ਅਗਵਾਈ ਕਦੇ ਖਤਮ ਨਹੀਂ ਹੁੰਦੀ, ਜੀਵਨ ਭਰ ਚੱਲਦੀ ਰਹਿੰਦੀ ਆ। ਹਰੇਕ ਉਮਰ ਦੇ ਵਿੱਚ ਹਰੇਕ ਤਰ੍ਹਾਂ ਦੇ ਮਨੁੱਖ ਨੂੰ ਅਗਵਾਈ ਦੀ ਲੋੜ ਪੈਂਦੀ ਆ, ਕਿਸੇ ਨੂੰ ਘੱਟ ਕਿਸੇ ਨੂੰ ਵੱਧ। ਤਾਂ ਇਹ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਸਮੱਸਿਆ ਆਧਾਰਿਤ, ਕਿਉਂਕਿ ਜਦੋਂ ਸਮੱਸਿਆ ਆਉਂਦੀ ਆ ਫਿਰ ਹੀ ਗਾਈਡੈਂਸ ਲੈਣ ਦੀ ਜ਼ਰੂਰਤ ਪੈਂਦੀ ਆ। ਤਾਂ ਅਸੀਂ ਜ਼ਿਆਦਾਤਰ ਕਈ ਵਾਰੀ ਇਹ ਹੁੰਦਾ ਕਿ ਸਾਨੂੰ ਅਗਵਾਈ ਅਸੀਂ ਵੈਸੇ ਲੈਂਦੇ ਹਾਂ, ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਗਾਈਡੈਂਸ ਲੈ ਲੈਂਦੇ ਹਾਂ। ਕਈ ਵਾਰੀ ਹੁੰਦਾ ਜਦੋਂ ਅਸੀਂ ਕੰਮ ਸ਼ੁਰੂ ਕਰ ਲੈਂਦੇ ਹਾਂ, ਪ੍ਰੋਬਲਮ ਦੇ ਵਿੱਚ ਫਸ ਜਾਂਦੇ ਹਾਂ, ਉਦੋਂ ਸਾਨੂੰ ਅਗਵਾਈ ਦੀ ਜ਼ਰੂਰਤ ਪੈਂਦੀ ਆ। ਤਾਂ ਸਾਡੇ ਸਾਹਮਣੇ ਜਦੋਂ ਵੀ ਸਮੱਸਿਆ ਆਉਂਦੀ ਆ ਤਾਂ ਅਸੀਂ ਅਗਵਾਈ ਆ ਜਿਹੜੀ ਉਹ ਲੈਂਦੇ ਹਾਂ। ਇਸ ਦਾ ਟੀਚਾ ਹੈ ਜਿਹੜਾ ਉਹ ਮਨੁੱਖ ਦਾ ਜਿਹੜਾ ਇਹ ਵਿਕਾਸ ਕਰਨਾ ਹੈ, ਮਨੁੱਖ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ। ਅਤੇ ਇਸ ਤਰ੍ਹਾਂ ਨਾਲ ਅਗਵਾਈ ਹੈ ਜਿਹੜੀ ਉਹ ਪ੍ਰੋਬਲਮ ਬੇਸਡ ਹੁੰਦੀ ਹੈ। ਨਿੱਜੀਕ੍ਰਿਤ ਕਿਰਿਆ, ਇੰਡੀਵਿਜੂਅਲ ਪ੍ਰੋਸੈਸ। ਅਗਵਾਈ ਨਿੱਜੀਕ੍ਰਿਤ ਕਿਰਿਆ ਹੈ, ਕਿਉਂਕਿ ਖਾਸ ਵਿਅਕਤੀ ਨੂੰ ਖਾਸ ਤਰ੍ਹਾਂ ਦੀ ਅਗਵਾਈ ਦਿੱਤੀ ਜਾਂਦੀ ਆ। ਅਤੇ ਜਿਹੜੀ ਅਗਵਾਈ ਆ ਉਹ ਇੰਡੀਵਿਜੂਅਲ ਦਿੱਤੀ ਜਾਂਦੀ ਆ। ਇੰਡੀਵਿਜੂਅਲ ਹੀ ਜਿਹੜਾ ਇਹ ਵਿਅਕਤੀ ਹੈ ਅਗਵਾਈ ਦੀ ਲੋੜ ਮਹਿਸੂਸ ਕਰਦਾ ਹੈ। ਸਮਰੱਥਾ ਅਤੇ ਯੋਗਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਵਿਅਕਤੀ ਦੀ ਅਗਵਾਈ ਕੀਤੀ ਜਾਂਦੀ ਆ। ਅੱਗੇ ਹੈਗੀ ਆ ਐਡਜਸਟਮੈਂਟ। ਤਾਂ ਅਗਵਾਈ ਦਾ ਜਿਹੜਾ ਕਰੈਕਟਰਿਸਟਿਕ ਆ ਉਹ ਐਡਜਸਟਮੈਂਟ ਬੇਸਡ ਆ, ਕਿ ਅਗਵਾਈ ਸਮਾਯੋਜਨ ਕਰਨ ਵਿੱਚ ਸਹਾਇਤਾ ਕਰਦੀ ਆ। ਕਿਸੇ ਤਰ੍ਹਾਂ ਦਾ ਵੀ ਸਮਾਯੋਜਨ, ਪਰਿਵਾਰਕ, ਸਮਾਜਿਕ, ਐਜੂਕੇਸ਼ਨਲ, ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਫਿਰ ਤ੍ਰੈ ਪੱਖੀ ਪ੍ਰਕਿਰਿਆ ਹੈ। ਇਹਦੇ ਵਿੱਚ ਤਿੰਨ ਪਹਿਲੂ ਕੰਮ ਕਰਦੇ ਨੇ: ਅਗਵਾਈ ਲੈਣ ਵਾਲਾ, ਅਗਵਾਈ ਦੇਣ ਵਾਲਾ ਅਤੇ ਸਮੱਸਿਆ ਯੁਕਤ ਟੀਚਾ। ਤਿੰਨ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ। ਤਾਂ ਇਹ ਜਿਹੜੀ ਆ ਤ੍ਰੈ ਪੱਖੀ ਪ੍ਰਕਿਰਿਆ ਹੈ। ਫਿਰ ਡਾਇਨਾਮਿਕ ਆ, ਗਤੀਸ਼ੀਲ ਆ, ਕਿਉਂਕਿ ਅਗਵਾਈ ਹੈ ਜਿਹੜੀ ਉਹ ਚੱਲਦੀ ਰਹਿੰਦੀ ਹੈ, ਰੁਕਣ ਵਾਲੀ ਨਹੀਂ। ਇੱਕ ਬੰਦੇ ਨੂੰ ਇੱਕ ਸਮੱਸਿਆ ਤੋਂ ਅਗਵਾਈ ਮਿਲ ਗਈ ਤਾਂ ਉਸ ਲਈ ਦੂਸਰੀ ਸਮੱਸਿਆ ਤਿਆਰ ਆ। ਜੇ ਇੱਕ ਜਿਹੜਾ ਸਮਾਜ ਦੇ ਵਿੱਚ ਵਿਅਕਤੀ ਨੂੰ ਅਗਵਾਈ ਮਿਲਣ ਤੋਂ ਬਾਅਦ ਜਿਹੜੀ ਆ ਉਸ ਦੀ ਸਮੱਸਿਆ ਸੋਲਵ ਹੋ ਗਈ, ਉਸ ਦੀ ਦੂਜੀ ਸਮੱਸਿਆ ਦੇ ਵਿੱਚ ਕਿਸੇ ਹੋਰ ਦੀ ਸਮੱਸਿਆ, ਤਾਂ ਇਟ ਮੀਨਸ ਅਗਵਾਈ ਚੱਲਦੀ ਰਹਿੰਦੀ ਹੈ, ਖੜਦੀ ਨਹੀਂ ਹੈਗੀ। ਅਗਵਾਈ ਹੈ ਜਿਹੜੀ ਉਹ ਵਿਗਿਆਨਕ ਪ੍ਰਕਿਰਿਆ ਹੈ। ਜਿਹੜੀ ਇਹਦਾ ਭਾਵ ਇਹ ਹੈ ਕਿ ਸਿਰਫ ਅੰਦਾਜ਼ਾ ਲਗਾ ਕੇ ਨਹੀਂ ਦਿੱਤੀ ਜਾਂਦੀ, ਸਗੋਂ ਪੂਰੇ ਵਿਗਿਆਨਕ ਢੰਗਾਂ ਨਾਲ ਕਾਉਂਸਲਿੰਗ ਵਗੈਰਾ, ਇੰਟਰਵਿਊ ਵਗੈਰਾ ਕਰਕੇ, ਔਜ਼ਾਰ ਵਰਤ ਕੇ, ਵਿਧੀਆਂ ਵਰਤ ਕੇ, ਸਮੱਸਿਆ ਦਾ ਅਧਿਐਨ ਕਰਕੇ, ਤੱਥ ਇਕੱਠੇ ਕਰਕੇ ਦਿੱਤੀ ਜਾਂਦੀ ਹੈ। ਇਸ ਲਈ ਇਸ ਨੂੰ ਵਿਗਿਆਨਕ ਪ੍ਰਕਿਰਿਆ ਕਿਹਾ ਜਾਂਦਾ ਹੈ। ਫਿਰ ਨਿਰੰਤਰਤਾ ਅਤੇ ਤਾਜ਼ਗੀ, ਕੰਟੀਨਿਊਟੀ ਐਂਡ ਫਰੈਸ਼ਨੈਸ। ਜਿਹੜਾ ਨਿੱਤ ਬਦਲ ਰਿਹਾ ਵਾਤਾਵਰਨ, ਸਮਾਜਿਕ, ਰਾਜਨੀਤਿਕ, ਆਰਥਿਕ, ਵਿਵਸਾਇਕ ਕਿਰਿਆਵਾਂ, ਨਵੀਆਂ ਖੋਜਾਂ, ਤਕਨੀਕਾਂ ਦਾ ਪ੍ਰਯੋਗ ਆਦਿ ਸਭ ਕੁਝ ਮਿਲ ਕੇ ਇਸ ਦੇ ਜਿਹੜੇ ਖੇਤਰ ਨੂੰ ਉਹ ਕੀ ਕਰਦੇ ਨੇ? ਨਿਰੰਤਰਤਾ ਅਤੇ ਤਾਜ਼ਗੀ ਪ੍ਰਦਾਨ ਕਰਦੇ ਨੇ। ਫਿਰ ਹੈਗੀ ਆ ਫਲੈਕਸੀਬਲ। ਅਗਵਾਈ ਹੈ ਜਿਹੜੀ ਉਹ ਫਲੈਕਸੀਬਲ ਹੁੰਦੀ ਆ। ਇਹਦੇ ਅਧੀਨ ਅਪਣਾਏ ਜਾਣ ਵਾਲੇ ਸਾਧਨ, ਢੰਗ, ਔਜ਼ਾਰ, ਵਿਧੀਆਂ ਸਭ ਕੁਝ ਕਠੋਰ ਨਹੀਂ ਹੁੰਦਾ। ਉਹਨੂੰ ਸਮੇਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਹਾਲਾਤ ਅਤੇ ਟੀਚਾ ਆਦਿ ਦੇ ਆਧਾਰ 'ਤੇ ਉਹਨਾਂ ਨੂੰ ਪਰਿਵਰਤਿਤ ਕੀਤਾ ਜਾ ਸਕਦਾ ਹੈ। ਫਿਰ ਹੈਗੀ ਆ ਤਬਦੀਲੀ, ਕਿਉਂਕਿ ਗਾਈਡੈਂਸ ਦਾ ਜਿਹੜਾ ਮੇਨ ਕਰੈਕਟਰਿਸਟਿਕਸ ਆ ਉਹ ਚੇਂਜ ਆ। ਜਦੋਂ ਵੀ ਗਾਈਡੈਂਸ ਮਿਲ ਜਾਂਦੀ ਆ ਤਾਂ ਸਾਡੇ ਜਿਹੜੇ ਨੇਚਰ ਦੇ ਵਿੱਚ, ਜਾਂ ਅਸੀਂ ਕਹਿ ਲਈਏ ਕਿ ਸਾਡੇ ਕੰਮਾਂ ਕਾਰਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਫਿਰ ਹੈਗਾ ਧਿਆਨ ਅਤੇ ਧੀਰਜ, ਅਟੈਂਸ਼ਨ ਐਂਡ ਪੇਸ਼ੈਂਸ। ਅਗਵਾਈ ਦੀ ਵਿਸ਼ੇਸ਼ਤਾ ਇਹ ਹੈ ਕਿ ਧਿਆਨ ਮੰਗਦੀ ਆ
ਧਿਆਨ ਤੇ ਪੇਸ਼ੈਂਸ ਮੰਗਦੀ ਆ। ਧੀਰਜ ਇਹਦੇ ਵਿੱਚ ਰੱਖਣਾ ਜ਼ਰੂਰੀ ਆ। ਟੀਚੇ ਪ੍ਰਾਪਤ ਕਰਨ ਲਈ ਸਮਾਂ ਇਹ ਜਿਹੜਾ ਉਹ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਅਗਵਾਈ ਕਦੇ ਵੀ ਦਿੱਤੀ ਜਾ ਸਕਦੀ ਹੈ, ਦੁਪਹਿਰ ਵੇਲੇ, ਸਵੇਰ ਵੇਲੇ, ਰਾਤ ਵੇਲੇ, ਸ਼ਾਮ ਵੇਲੇ। ਤਾਂ ਇਹ ਸਮਾਂ ਜਿਹੜਾ ਇਹਦਾ ਇਸ ਤਰ੍ਹਾਂ ਨਾਲ ਇਹਦੀ ਵਿਸ਼ੇਸ਼ਤਾ ਹੈ। ਫਿਰ ਖੋਜ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਅਗਵਾਈ ਦੇ ਵਿੱਚ ਨਿਰੰਤਰ ਖੋਜਾਂ ਹੋ ਰਹੀਆਂ ਨੇ। ਇਹਦਾ ਕੰਸੈਪਟ ਆ ਨਿਰੰਤਰ ਚੇਂਜ ਹੁੰਦਾ ਹੈ, ਨਵੀਂ ਚੀਜ਼ ਐਡ ਹੁੰਦੀ ਹੈ। ਵਾਤਾਵਰਨ ਅਗਵਾਈ ਦੀ ਵਿਸ਼ੇਸ਼ਤਾ ਹੈ ਕਿ ਇਸ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਕੁਦਰਤੀ ਵਾਤਾਵਰਨ ਵਿੱਚ ਰਹਿ ਕੇ ਦਿੱਤੀ ਜਾਂਦੀ ਆ। ਕੁਝ ਕੁ ਮਸਲੇ ਸਿਰਫ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਬਨਾਵਟੀ ਵਾਤਾਵਰਨ ਪੈਦਾ ਕਰਨ ਦੀ ਜ਼ਰੂਰਤ ਪੈਂਦੀ ਆ। ਅਗਵਾਈ ਆ ਜਿਹੜੀ ਉਹ ਸਰਲਤਾ ਤੋਂ ਗੁੰਝਲਤਾ ਵੱਲ ਵੱਧਦੀ ਆ। ਇਸ ਵਿੱਚ ਸਰਲਤਾ ਤੇ ਗੁੰਝਲਤਾ ਦੇ ਦੋਵਾਂ ਦੇ ਗੁਣ ਹੁੰਦੇ ਨੇ। ਇਹ ਪ੍ਰਕਿਰਿਆ ਜਿਹੜੀ ਕਿਸੇ ਅਣਜਾਣ ਵਿਅਕਤੀ ਲਈ ਗੁੰਝਲਦਾਰ ਹੁੰਦੀ ਆ, ਸਧਾਰਨ ਸਮੱਸਿਆ ਨੂੰ ਵੀ ਹੱਲ ਕਰਨ 'ਚ ਲੰਬਾ ਟਾਈਮ ਲਗਾਉਂਦਾ ਹੈ, ਜਦਕਿ ਮਾਹਰ ਵਿਅਕਤੀ ਲਈ ਇਹ ਸਮੱਸਿਆ ਜਿਹੜੀ ਸਧਾਰਨ ਹੁੰਦੀ ਹੈ। ਇਹ ਘੱਟ ਸਮੇਂ ਦੇ ਵਿੱਚ ਸੋਲਵ ਹੋ ਜਾਂਦੀ ਆ। ਇਸ ਤੋਂ ਬਾਅਦ ਭਵਿੱਖ ਨਾਲ ਸੰਬੰਧਿਤ ਹੁੰਦੀ ਆ ਅਗਵਾਈ, ਕਿਉਂਕਿ ਆਉਣ ਵਾਲੇ ਭਵਿੱਖ ਦੇ ਵਿੱਚ ਵਿਅਕਤੀ ਆ ਜਿਹੜਾ ਸਮੱਸਿਆਵਾਂ ਦਾ ਸਮਾਧਾਨ ਕਰਕੇ ਸਹੀ ਢੰਗ ਨਾਲ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਇਸ ਲਈ ਇਹ ਭਵਿੱਖ ਨਾਲ ਸੰਬੰਧਿਤ ਆ। ਫਿਰ ਹੈਗੀ ਲਕਸ਼ ਆਧਾਰਿਤ ਪ੍ਰਕਿਰਿਆ। ਅਗਵਾਈ ਦੀ ਖਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਪੂਰੀ ਤਰ੍ਹਾਂ ਗੋਲ ਓਰੀਐਂਟਡ ਪ੍ਰੋਸੈਸ ਆ। ਇਸ 'ਚ ਕੋਈ ਨਾ ਕੋਈ ਗੋਲ ਨਿਸ਼ਚਿਤ ਕਰਕੇ ਹੀ ਇਸ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ। ਫਿਰ ਰੈਸ਼ਨਲ ਥਿੰਕਿੰਗ ਆ, ਤਰਕ ਸ਼ਕਤੀ ਦਾ ਵਿਕਾਸ। ਅਗਵਾਈ ਦਾ ਖਾਸ ਗੁਣ ਇਹ ਵੀ ਹੈ ਕਿ ਇਸ ਅਧੀਨ ਅਗਵਾਈ ਲੈਣ ਵਾਲਾ ਉਹ ਆਪਣੇ ਵਿਚਾਰ ਅਤੇ ਨਿਰਣੇ ਥੋਪਦਾ ਨਹੀਂ, ਉਹ ਤਰਕ ਸ਼ਕਤੀ ਰਾਹੀਂ ਜਿਹੜਾ ਵਿਕਾਸ ਕਰਨ ਦਾ ਯਤਨ ਕਰਦਾ। ਅਗਵਾਈ ਲੈਣ ਵਾਲਾ ਖੁਦ ਆਪਣੇ ਆਪ ਦੀ ਸਮੱਸਿਆ ਦੱਸ ਕੇ ਉਸ ਨੂੰ ਆਪਣੇ ਆਪ ਪੇਸ਼ ਕਰਦਾ ਹੈ ਕਿ ਮੈਨੂੰ ਅਗਵਾਈ ਦੀ ਲੋੜ ਆ। ਫਿਰ ਹੈਗਾ ਸਰਵ ਵਿਆਪਕ, ਸਾਰੇ ਕਿਤੇ ਮੌਜੂਦ ਆ, ਖਾਸ ਖੇਤਰ ਕਿਤੇ ਵਿਅਕਤੀਆਂ ਨਾਲ ਸੰਬੰਧਿਤ ਨਹੀਂ, ਸਾਰੇ ਸੰਸਾਰ ਦੇ ਲੋਕਾਂ ਨਾਲ ਸੰਬੰਧਿਤ ਆ। ਫਿਰ ਹੈਗੀ ਕਲਾ ਅਤੇ ਸਿਖਲਾਈ। ਅਗਵਾਈ ਕਲਾਤਮਕ ਪ੍ਰਕਿਰਿਆ ਵੀ ਆ ਅਤੇ ਸਿੱਖਿਆ ਦੇ ਨਾਲ ਵੀ ਸੰਬੰਧਿਤ ਆ। ਦੋਵਾਂ ਤਰੀਕਿਆਂ ਨਾਲ ਇਹ ਜਿਹੜੀ ਆ ਵਿਅਕਤੀ ਦੀ ਪਹੁੰਚ ਦੇ ਵਿੱਚ ਆਉਂਦੀ ਆ। ਇਹ ਯਤਨ ਕਰਦੀ ਆ ਕਿ ਵਿਅਕਤੀ ਦਾ ਹਰ ਪੱਖੋਂ ਜਿਹੜਾ ਇਹ ਵਿਕਾਸ ਹੋਵੇ, ਸਮੱਸਿਆਵਾਂ ਦਾ ਸਮਾਧਾਨ ਹੋਵੇ। ਉਸ ਤੋਂ ਬਾਅਦ ਹੈਗੀ ਪੋਜ਼ਿਟਿਵਿਟੀ। ਅਗਵਾਈ ਦੀ ਹੋਰ ਵਿਸ਼ੇਸ਼ਤਾ ਕੀ ਆ? ਇਹ ਸਕਾਰਾਤਮਕ ਹੁੰਦੀ ਆ, ਕਦੇ ਵੀ ਨੈਗੇਟਿਵ ਗਾਈਡੈਂਸ ਨਹੀਂ ਮਿਲਦੀ, ਇਹ ਹਮੇਸ਼ਾ ਹੀ ਪੋਜ਼ਿਟਿਵ ਰਹਿੰਦੀ ਆ। ਅਗਵਾਈ ਮਾਹਿਰ ਪਾਸੋਂ ਲਈ ਜਾਂਦੀ ਆ। ਜਿਹੜੇ ਮਾਹਰ ਵਿਅਕਤੀ ਹੁੰਦੇ, ਮਾਹਰ ਦੇ ਵਿੱਚ ਕੌਣ ਆਉਂਦਾ? ਜ਼ਿਆਦਾ ਪੜ੍ਹਿਆ ਲਿਖਿਆ ਵੀ ਹੋ ਸਕਦਾ ਹੈ, ਘੱਟ ਪੜ੍ਹਿਆ ਲਿਖਿਆ ਵੀ ਹੋ ਸਕਦਾ ਹੈ, ਐਕਸਪੀਰੀਅੰਸਡ ਪਰਸਨ ਵੀ ਹੋ ਸਕਦਾ ਹੈ। ਫਿਰ ਹੈਗਾ ਵਿਵਸਾਇਕ ਪ੍ਰਕਿਰਿਆ ਹੈ। ਤਾਂ ਅਗਵਾਈ ਕੀ ਹੈ? ਵਿਵਸਾਇਕ ਤੌਰ 'ਤੇ ਵੀ ਵਰਤੀ ਜਾਂਦੀ ਆ। ਇਸ ਨੂੰ ਆਪਣਾ ਵਿਵਸਾਇ ਕਿੱਤਾ ਵੀ ਬਣਾਇਆ ਜਾਂਦਾ ਹੈ। ਤਾਂ ਇਹ ਰੋਜੀ ਰੋਟੀ ਦਾ ਪ੍ਰਬੰਧ ਕਰਨ ਯੋਗ ਵੀ ਹੁੰਦੀ ਆ। ਫਿਰ ਹੈਗਾ ਅਨੁਸਰਨ ਕਰਨਾ, ਫੋਲੋ ਅਪ। ਅਗਵਾਈ ਦੀ ਵਿਸ਼ੇਸ਼ਤਾ ਹੈ ਕਿ ਇਹ ਫੋਲੋ ਅਪ ਕਰਦੀ ਆ। ਫੋਲੋ ਅਪ ਕਰਨ ਤੋਂ ਬਾਅਦ ਹੀ ਜਿਹੜੀ ਸਮੱਸਿਆ ਉਸ ਦਾ ਅੱਗੇ ਸਮਾਧਾਨ ਕੀਤਾ ਜਾ ਸਕਦਾ। ਉਸ ਤੋਂ ਬਾਅਦ ਫਿਰ ਫੋਲੋ ਅਪ ਹੁੰਦਾ ਹੈ ਕਿ ਸਮੱਸਿਆ ਕਿੱਥੇ ਤੱਕ ਸੁਲਝੀ ਹੈ। ਫਿਰ ਅੱਗੇ ਹੈਗਾ ਨਿਰੀਖਣਯੋਗ ਪ੍ਰਕਿਰਿਆ, ਆਬਜ਼ਰਵੇਬਲ ਪ੍ਰੋਸੈਸ। ਆਬਜ਼ਰਵੇਸ਼ਨ ਕੀਤਾ ਜਾ ਸਕਦਾ ਹੈ ਇਸ ਨੂੰ ਦੇਖਿਆ ਜਾ ਸਕਦਾ। ਵਿਅਕਤੀ ਦੇ ਜਿਹੜਾ ਬਿਹੇਵੀਅਰ ਉਹਦੇ ਵਿੱਚ ਪਰਿਵਰਤਨ ਵੀ ਦੇਖਿਆ ਜਾ ਸਕਦਾ ਹੈ। ਸਮਾਜ ਭਲਾਈ ਪ੍ਰਕਿਰਿਆ, ਸਮਾਜ ਦੀ ਭਲਾਈ ਕਰਦੀ ਆ। ਹੋਰ ਲੋੜਵੰਦ ਵਿਅਕਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਉਹਨਾਂ ਦੀ ਜਿਹੜੀ ਮਲ ਐਡਜਸਟਮੈਂਟ ਆ ਉਹਨੂੰ ਸੋਲਵ ਕਰਦੀ ਆ। ਭਿੰਨ ਕਿਸਮਾਂ ਹੋ ਸਕਦੀਆਂ ਨੇ, ਜਿਵੇਂ ਰਸਮੀ, ਗੈਰ ਰਸਮੀ ਅਤੇ ਅੰਸ਼ ਰਸਮੀ। ਇਹਨਾਂ ਦਾ ਭਾਵ ਆ ਕਿ ਹਰੇਕ ਵਿਅਕਤੀ ਜਿਹੜਾ ਇਹਨਾਂ ਤਿੰਨਾਂ ਕਿਸਮਾਂ ਤੋਂ ਅਗਵਾਈ ਪ੍ਰਾਪਤ ਕਰ ਸਕਦਾ ਹੈ। ਫਿਰ ਸੰਚਿਤ ਰਿਕਾਰਡ। ਅਗਵਾਈ ਦੀ ਇੱਕ ਵਿਸ਼ੇਸ਼ਤਾ ਹੈ ਕਿ ਹਰੇਕ ਅਗਵਾਈ ਲੈਣ ਵਾਲੇ ਵਿਅਕਤੀ ਦਾ ਉਸ ਨਾਲ ਸੰਬੰਧਿਤ ਹਰੇਕ ਸਮੱਸਿਆ ਦਾ, ਦਿੱਤੀ ਜਾਣ ਵਾਲੀ ਅਗਵਾਈ ਦਾ, ਉਸ 'ਤੇ ਪਏ ਪ੍ਰਭਾਵਾਂ ਆਦਿ ਦਾ ਸੰਪੂਰਨ ਰਿਕਾਰਡ ਰੱਖਿਆ ਜਾਂਦਾ ਹੈ। ਫਿਰ ਅੱਗੇ ਹੈਗਾ ਸਧਾਰਨੀਕ੍ਰਿਤ ਅਤੇ ਵਿਸ਼ੇਸ਼ੀਕ੍ਰਿਤ ਸਰਵਿਸ। ਅਗਵਾਈ ਨੂੰ ਕੀ ਕਿਹਾ ਜਾਂਦਾ? ਜਨਰਲਾਈਜ਼ਡ ਐਂਡ ਸਪੈਸ਼ਲਾਈਜ਼ਡ ਸਰਵਿਸ। ਇਹਨੂੰ ਕੋਈ ਵੀ ਸਧਾਰਨ ਰੂਪ ਵਿੱਚ ਕੋਈ ਵੀ ਵਿਅਕਤੀ ਪ੍ਰਦਾਨ ਕਰ ਸਕਦਾ ਹੈ, ਪਰ ਗੁੰਝਲਦਾਰ ਰੂਪ ਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਆ ਉਹ ਪ੍ਰਦਾਨ ਕਰਦਾ ਹੈ। ਉਸ ਤੋਂ ਬਾਅਦ ਪ੍ਰੈਕਟੀਕਲ ਪ੍ਰੋਸੈਸ ਆ, ਇਸ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਇਹ ਸਿਰਫ ਇਮੈਜੀਨੇਸ਼ਨ ਦੇ ਵਿੱਚ ਹੀ ਸੰਬੰਧਿਤ ਨਹੀਂ, ਇਹ ਪ੍ਰੈਕਟੀਕਲੀ ਅਪਲਾਈ ਕਰਨ ਵਾਲਾ ਕੰਸੈਪਟ ਆ। ਫਿਰ ਹੈਗੇ ਕੇਵਲ ਸਾਧਨ ਹੈ, ਸਾਧਿਆ ਨਹੀਂ। ਓਨਲੀ ਮੀਨ ਨਾਟ ਐਂਡ। ਇਹ ਸਾਧਨ ਆ, ਐਂਡ ਨਹੀਂ ਹੈਗਾ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ, ਕਿਉਂਕਿ ਇਹ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਗਵਾਈ ਹੁਣ ਇੱਥੇ ਖਤਮ ਹੋ ਗਈ।
ਇੱਕ ਅਗਵਾਈ ਦੇਣ ਤੋਂ ਬਾਅਦ ਜਿਹੜਾ ਵੀ ਪ੍ਰੋਗਰਾਮ ਹੁੰਦਾ ਜਾਂ ਜਿਹੜੀ ਵੀ ਵਿਅਕਤੀ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਉਸ ਤੋਂ ਬਾਅਦ ਹੋਰ ਸਮੱਸਿਆਵਾਂ ਵੀ ਉਹਨੂੰ ਘੇਰ ਸਕਦੀਆਂ ਨੇ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਅਗਵਾਈ ਹੈ ਜਿਹੜੀ ਉਹਦਾ ਐਂਡ ਨਹੀਂ ਹੁੰਦਾ। ਤਾਂ ਇਹ ਸੀਗੀਆਂ ਅਗਵਾਈ ਦੀਆਂ ਵਿਸ਼ੇਸ਼ਤਾਵਾਂ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੱਗੇ ਨੈਕਸਟ ਟੌਪਿਕ ਦੇ ਵਿੱਚ ਮਿਲਦੇ ਹਾਂ। ਓਕੇ, ਥੈਂਕਸ।